ਇੱਕ ਕਾਮੇਡੀਅਨ ਜੋ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇੱਕ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਵੱਲੋਂ ਭਗਵਾਨ ਵਾਲਮੀਕੀ ਦੇ ਪ੍ਰਤੀ ਜਿਹੜੇ ਅਪਸ਼ਬਦ ਬੋਲੇ ਜਾਂਦੇ ਹਨ। पहले तो वाल्मीकि डाकू था, उसने रामायण लिखी थी। वाल्मीकि डाकू था, उसने रामायण लिखी थी। आप क्यों रामायण पढ़ते हो? तो डाकू की लिखी हुई है। ਪੱਤਰਕਾਰ ਉਹਨਾਂ ਕੋਲੋਂ ਬਾਰ-ਬਾਰ ਪੁੱਛਦਾ ਹੈ ਵੀ ਇਸ ਗੱਲ ਦਾ ਕੋਈ ਸੰਦਰਭ ਨਹੀਂ ਹੈ ਜਿਸ ਗੱਲ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਉਹ ਫਿਰ ਵੀ ਕੋਈ जवाब नहीं देते। नहीं तो आप क्या वाल्मीकि डाकू कहाँ से आ गया? आपका सवाल हो गया तो मैं जवाब दूं। आप जवाब नहीं देना चाहते क्या? मैं देना चाहता तो हूं। क्या वाल्मीकि डाकू कहाँ से आ गया? हाँ, मैं आ गया ना। ਮੇਰਾ ਜਿਹੜਾ ਪਰਸਨਲ ਜਿਹੜੀ ਰਹਿ ਉਹ ਇਹੀ ਆ ਕਿ ਇਸ ਵਾਰੀ ਕੋਈ FIR ਨਹੀਂ ਕੁਛ ਨਹੀਂ, ਇਹਨੂੰ ਸਮਾਜ ਆਪ ਸਜ਼ਾ ਦੇ। ਜੇ ਪ੍ਰਸ਼ਾਸਨ ਨੂੰ ਸਾਡਾ ਐਡਾ ਦਰਦ ਹੈ ਤੇ ਪ੍ਰਸ਼ਾਸਨ ਨੂੰ ਹੁਣ ਤੱਕ FIR ਕਰ ਦੇਣੀ ਚਾਹੀਦੀ ਸੀ। ਪਬਲਿਕ ਸਟੇਜ ਤੇ ਇਹੋ ਜਿਹੇ ਸ਼ਬਦ ਬੋਲਨੇ ਮਤਲਬ ਜਾਣ ਕੇ ਫੇਮ ਖੱਟਣ ਵਾਲੀ ਗੱਲ। ਸਵਾਲ ਤੁਸੀਂ ਮੈਨੂੰ ਕਰ ਰਹੇ ਹੋ ਕੋਈ ਤੇ ਮੈਂ ਜਵਾਬ ਕੋਈ ਹੋਰ ਦੇ ਰਿਹਾ ਤੇ ਮੈਨੂੰ ਕਲੀਅਰ ਹੈ ਕਿ ਮੈਂ ਤਾਂ ਬਸ ਚੈਨਲ ਦਾ ਵੇਟ ਹੀ ਕਰ ਰਿਹਾ ਕਿ ਜਦੋਂ ਚੈਨਲ ਮੇਰੇ ਸਾਹਮਣੇ ਕੈਮਰਾ ਹੋਵੇ ਤਾਂ ਮੈਂ ਉਦੋਂ ਗੱਲ ਕਰਾਂ। ਜਿਹੜੇ ਢੰਗ ਦੀ ਤੁਸੀਂ ਗੱਲ ਕੀਤੀ ਆ ਉਸ ਆਪਣੇ ਭਾਈਚਾਰੇ ਵਿੱਚ ਕਿਸੇ ਨਾਲ ਗੱਲਬਾਤ ਹੋਈ ਤੁਹਾਡੀ ਉਸ ਬਾਰੇ? ਮੈਨੂੰ ਕੱਲ੍ਹ ਦੀਆਂ ਕਾਫੀ ਕਾਲਾਂ ਆਈਆਂ। ਗਰੁੱਪ ਦੇ ਵਿੱਚ ਸਾਡੇ ਜਿਹੜੇ ਸਮਾਜ ਦੇ ਗਰੁੱਪ ਬਣੇ ਪਏ ਆ, ਸਾਡੇ ਆਪਣੀਆਂ ਕਮੇਟੀਆਂ ਦੇ ਗਰੁੱਪ ਬਣੇ ਪਏ ਆ, ਨੈਸ਼ਨਲ ਇੰਟਰਨੈਸ਼ਨਲ। ਉਹਦੇ ਵਿੱਚ ਕਾਫੀ ਜ਼ਿਆਦਾ ਫਿਰ ਇੱਕ ਦੂਜੇ ਦੇ ਸੁਝਾਅ ਦਿੰਦੇ ਆ, ਉਹਦੇ ਵਿੱਚ ਕਾਫੀ ਜ਼ਿਆਦਾ ਮੈਸੇਜ ਔਰ ਮੇਰੇ ਸੁਝਾਅ ਨਾਲ ਬਹੁਤ ਲੋਕ ਇਸ ਨਾਲ ਐਗਰੀ ਹੋਏ ਕਿ ਠੀਕ ਆ ਕਿ ਇਹਨਾਂ ਨੂੰ ਜਿਹੜੀ ਇੱਕ ਵਾਰ ਸਾਨੂੰ ਆਪ ਖੁਦ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿ ਬਾਰ-ਬਾਰ ਇਦਾਂ ਸਾਡੇ ਸਮਾਜ ਬਾਰੇ ਕਿਉਂ ਬੋਲਿਆ ਜਾਂਦਾ ਵਾ। ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ, ਚਾਹੇ ਪਖਾੜਕੂ ਲਹਿਰ ਦੀ ਗੱਲ ਕਰੀਏ, ਚਾਹੇ ਉਹ 47 ਦੀ ਗੱਲ ਕਰੀਏ, ਚਾਹੇ ਉਹਨਾਂ ਗੈਂਗਵਾਰ ਦੀ ਗੱਲ ਕਰੀਏ, ਤੇ ਪੰਜਾਬ ਪਹਿਲਾਂ ਹੀ ਇੱਕ ਬਹੁਤ ਮਾੜੇ ਦੌਰ 'ਚੋਂ ਗੁਜ਼ਰ ਰਿਹਾ ਵਾ। ਤੇ ਇਸ ਕਰਕੇ ਸਿਆਸੀ ਲੀਡਰਾਂ ਨੂੰ ਚਾਹੀਦਾ ਕਿ ਇਦਾਂ ਦੀਆਂ ਜਿਹੜੀਆਂ ਕੁਝੀਆਂ ਚਾਲਾਂ ਉਹ ਨਾ ਚੱਲਣ। ਪੂਰੇ ਦੇਸ਼ 'ਚ ਪਿਛਲੇ ਕੁਝ ਸਮੇਂ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਸਿਲਸਿਲੇ ਵਿੱਚ ਇੱਕ ਕਾਮੇਡੀਅਨ ਜੋ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਇੱਕ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਵੱਲੋਂ ਭਗਵਾਨ ਵਾਲਮੀਕੀ ਦੇ ਪ੍ਰਤੀ ਜਿਹੜੇ ਅਪਸ਼ਬਦ ਬੋਲੇ ਜਾਂਦੇ ਹਨ। ਪੱਤਰਕਾਰ ਉਹਨਾਂ ਕੋਲੋਂ ਬਾਰ-ਬਾਰ ਪੁੱਛਦਾ ਹੈ ਵੀ ਇਸ ਗੱਲ ਦਾ ਕੋਈ ਸੰਦਰਭ ਨਹੀਂ ਹੈ ਜਿਸ ਗੱਲ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਉਹ ਫਿਰ ਵੀ ਕੋਈ ਜਵਾਬ ਨਹੀਂ ਦਿੰਦੇ। ਸਾਡੇ ਨਾਲ ਮੌਜੂਦ ਨੇ ਭੁਪਿੰਦਰ ਸਿੰਘ ਸੋਨੂ ਜੀ, ਜੋ ਕਿ ਜਿਹੜੇ ਸਾਬਕਾ ਗੈਂਗਸਟਰ ਵੀ ਰਹੇ ਨੇ ਅਤੇ ਹੁਣ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਨੇ ਅਤੇ ਇਸ ਵੇਲੇ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਇਹਨਾਂ ਦੇ ਮਾਤਾ ਜੀ ਨੇ BSP ਤੋਂ ਪਿਛਲੇ ਦਿਨਾਂ ਵਿੱਚ ਇਲੈਕਸ਼ਨ ਵੀ ਲੜੀ ਹੈ। ਉਹਨਾਂ ਦੇ ਵਿਚਾਰ ਵੀ ਜਾਣਦੇ ਹਾਂ ਕਿ ਇਸ ਭਾਈਚਾਰੇ ਨੇ ਹੁਣ ਅੱਗੇ ਕੀ ਜਿਹੜਾ ਹੈ ਵਿਉਂਤਬੰਦੀ ਕੀਤੀ ਹੈ ਤੇ ਅੱਜ ਕੱਲ੍ਹ ਜਿਹੜਾ ਗੈਂਗਸਟਰਵਾਦ ਚੱਲ ਰਿਹਾ ਹੈ ਔਰ ਪਿਛਲੇ ਦਿਨਾਂ 'ਚ ਜਿਹੜੀ ਇਹਨਾਂ ਦੇ ਘਰ ਤੇ NIA ਵੱਲੋਂ ਰੇਡ ਕੀਤੀ ਗਈ ਹੈ, ਉਸ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਤੇ ਕਿਸ ਤਰ੍ਹਾਂ ਦਾ ਇਹਨਾਂ ਦਾ ਰਿਐਕਸ਼ਨ ਹੈ। ਹਾਂਜੀ ਭਾਈ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਜਿਹੜੇ ਵੇਖੋ ਇਹ ਸਾਰੇ ਸਮਾਜ ਦੇ ਬਾਰੇ ਗੱਲ ਕਰਦੇ ਨੇ, ਉਹਨਾਂ ਨੂੰ ਜਾਂ ਤਾਂ ਇਹ ਇੱਦਾਂ ਦਾ ਕੁਛ ਨਹੀਂ ਕਿ ਉਹਨਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਗਈ, ਉਹ ਸੋਚੀ ਸਮਝੀ ਗੱਲ ਹੈ। ਤੁਹਾਡੇ ਵੇਖੋ ਪੱਤਰਕਾਰ ਵੀਰ ਜਿਹੜੇ ਆ ਉਹਨੂੰ ਸਵਾਲ ਕੋਈ ਕਰ ਰਹੇ ਤੇ ਜਵਾਬ ਕੋਈ ਦੇ ਰਿਹਾ, ਉਹਦਾ ਮਤਲਬ ਉਹਦੇ ਪਹਿਲਾਂ ਹੀ ਮਨ ਦੀ ਮਨਸ਼ਾ ਕਿ ਮੈਂ ਆਹ ਬੋਲਣਾ ਔਰ ਫੇਮ ਭਾਲਦੇ ਆ ਕਿ ਪੂਰੇ ਇੰਡੀਆ ਦੇ ਵਿੱਚ ਸਾਡਾ ਵਿਰੋਧ ਹੋਣਾ ਵਾ। ਜਿਸ ਬੰਦੇ ਨੂੰ ਕੋਈ ਜਾਣਦਾ ਨਹੀਂ ਹੁੰਦਾ ਉਹਨੂੰ ਸਾਰੀ ਦੁਨੀਆ ਜਾਣਨ ਲੱਗ ਪੈਂਦੀ ਕਿ ਯਾਰ ਇਹ ਬੰਦਾ, ਉਹ ਫੇਮ ਭਾਲਦੇ ਆ। ਪਰ ਇਸ ਵਾਰੀ ਸਾਡੇ ਸਮਾਜ ਦੀ ਜੋ ਗੱਲ ਆ, ਮੇਰਾ ਜਿਹੜਾ ਪਰਸਨਲ ਜਿਹੜੀ ਰਹਿ ਉਹ ਇਹੀ ਆ ਕਿ ਇਸ ਵਾਰੀ ਕੋਈ FIR ਨਹੀਂ ਕੁਛ ਨਹੀਂ, ਇਹਨੂੰ ਸਮਾਜ ਆਪ ਸਜ਼ਾ ਦੇਵੇ ਜਿਹਦੇ ਕਰਕੇ ਜਿਹੜੀ ਇਸ ਚੀਜ਼ ਨੂੰ ਜਿਹੜੀ ਆ ਠੱਲ ਪਵੇ। ਇਹ ਬਾਰ-ਬਾਰ ਨਹੀਂ ਤਾਂ ਉਹ ਕਿਸ ਢੰਗ ਨਾਲ ਜਿਹੜੀ ਇਹ ਸਜ਼ਾ ਤੁਸੀਂ ਰਿਕਮੈਂਡ ਕਰ? ਜੋ ਵੀ ਸਾਡਾ ਸਮਾਜ ਬੈਠ ਕੇ ਸਿਲੈਕਟ ਕਰੂਗਾ ਕਿ ਮਤਲਬ ਇਹਨਾਂ ਨੂੰ ਆਪ ਜਿਹੜੀ ਰੋਕ ਲਾਈ ਜਾਵੇ। ਵੇਖੋ ਜੇ ਪ੍ਰਸ਼ਾਸਨ ਨੂੰ ਸਾਡਾ ਐਡਾ ਦਰਦ ਹੈ ਤੇ ਪ੍ਰਸ਼ਾਸਨ ਨੂੰ ਹੁਣ ਤੱਕ FIR ਕਰ ਦੇਣੀ ਚਾਹੀਦੀ ਸੀ। ਹੁਣ ਅਸੀਂ ਧਰਨੇ ਲਾਵਾਂਗੇ, ਵਿਰੋਧ ਕਰਾਂਗੇ, ਫਿਰ ਜਾ ਕੇ ਜਿਹੜਾ ਵਾ FIR ਕੱਟ ਹੋਣੀ। ਉਹਦੇ ਲਈ ਕਲੀਅਰ ਹੈ ਕਿ ਸਰਕਾਰ ਦੇ ਕਹਿਣ 'ਤੇ ਹੀ ਸਾਰਾ ਕੁਛ ਹੁੰਦਾ। ਸਰਕਾਰ ਹੀ ਇੱਦਾਂ ਦੇ ਬੰਦਿਆਂ ਨੂੰ ਹਾਈਲਾਈਟ ਕਰਨਾ ਚਾਹੁੰਦੀ ਆ। ਅਸੀਂ ਧਰਨੇ ਦਿੰਦੇ ਹਾਂ, ਬਾਈਟਾਂ 'ਚ ਉਹਨਾਂ ਦਾ ਨਾਮ ਬੋਲਦੇ ਹਾਂ, ਵੀਡੀਓ 'ਤੇ ਚੈਨਲਾਂ 'ਤੇ ਉਹਨਾਂ ਦੇ ਨਾਮ ਬੋਲਦੇ ਆ। ਉਹਨਾਂ ਦਾ ਨਾਮ ਜਿਹੜਾ ਇੱਕ ਵੱਡਾ ਬਣ ਕੇ ਗਾੜੀ ਸਾਹਮਣੇ ਆਉਂਦਾ ਕਿ ਯਾਰ ਇਹਨੇ ਆਹ ਕੀਤਾ ਸੀਗਾ, ਜਦ ਕਿ ਸਾਰਿਆਂ ਨੂੰ ਕਲੀਅਰ ਪਤਾ ਹਿੰਦੁਸਤਾਨ 'ਚ ਰਹਿ ਰਹੇ ਨੇ, ਕਲੀਅਰਲੀ ਪਤਾ ਵਾ ਕਿ ਭਗਵਾਨ ਵਾਲਮੀਕ ਜੀ ਕੌਣ ਸੀ। ਚਾਹੇ ਉਹ ਕੋਈ ਹਿੰਦੂ ਧਰਮ 'ਚ ਆ, ਚਾਹੇ ਕੋਈ ਸਿੱਖ ਧਰਮ 'ਚ ਆ, ਕਿਸੇ ਵੀ ਧਰਮ ਨਾਲ ਰਿਲੇਟਡ ਆ, ਪਰ ਭਗਵਾਨ ਵਾਲਮੀਕ ਜੀ ਨੂੰ ਹਰ ਕੋਈ ਜਾਣਦਾ। ਤੇ ਇਸ ਕਰਕੇ ਉਹ ਕਲੀਅਰਲੀ ਪਤਾ। ਪਬਲਿਕ ਸਟੇਜ ਤੇ ਇਹੋ ਜਿਹੇ ਸ਼ਬਦ ਬੋਲਨੇ ਮਤਲਬ ਜਾਣ ਕੇ ਫੇਮ ਖੱਟਣ ਵਾਲੀ ਗੱਲ, ਜਿਵੇਂ ਬਿਲਕੁਲ ਫੇਮ ਤੋਂ ਇਲਾਵਾ ਉਹਨਾਂ ਦੀ ਦੂਜੀ ਕੋਈ ਮਨਸ਼ਾ ਹੀ ਨਹੀਂ ਬਣਦੀ। ਵੇਖੋ ਪੱਤਰਕਾਰ ਉਹਨੂੰ ਸਵਾਲ ਕੋਈ ਕਰ ਰਿਹਾ, ਮੰਨ ਲਓ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਸਵਾਲ ਤੁਸੀਂ ਮੈਨੂੰ ਕਰ ਰਹੇ ਹੋ ਕੋਈ, ਤੇ ਮੈਂ ਜਵਾਬ ਕੋਈ ਹੋਰ ਦੇ ਰਿਹਾ, ਤੇ ਮੈਨੂੰ ਕਲੀਅਰ ਹੈ ਕਿ ਮੈਂ ਤਾਂ ਬਸ ਚੈਨਲ ਦਾ ਵੇਟ ਹੀ ਕਰ ਰਿਹਾ ਕਿ ਜਦੋਂ ਚੈਨਲ ਮੇਰੇ ਸਾਹਮਣੇ ਕੈਮਰਾ ਹੋਵੇ ਤਾਂ ਮੈਂ ਉਦੋਂ ਆਹ ਗੱਲ ਕਰਾਂ। ਜਿਹੜੇ ਢੰਗ ਦੀ ਤੁਸੀਂ ਗੱਲ ਕੀਤੀ ਆ ਉਸ ਆਪਣੇ ਭਾਈਚਾਰੇ ਵਿੱਚ ਕਿਸੇ ਨਾਲ ਗੱਲਬਾਤ ਹੋਈ ਤੁਹਾਡੀ ਉਸ ਬਾਰੇ? ਮੈਨੂੰ ਕੱਲ੍ਹ ਦੀਆਂ ਕਾਫੀ ਕਾਲਾਂ ਆਈਆਂ। ਗਰੁੱਪ ਦੇ ਵਿੱਚ ਸਾਡੇ ਜਿਹੜੇ ਸਮਾਜ ਦੇ ਗਰੁੱਪ ਬਣੇ ਪਏ ਆ, ਸਾਡੇ ਆਪਣੀਆਂ ਕਮੇਟੀਆਂ ਦੇ ਗਰੁੱਪ ਬਣੇ ਪਏ ਆ, ਨੈਸ਼ਨਲ ਇੰਟਰਨੈਸ਼ਨਲ। ਉਹਦੇ ਵਿੱਚ ਕਾਫੀ ਜ਼ਿਆਦਾ ਫਿਰ ਇੱਕ ਦੂਜੇ ਦੇ ਸੁਝਾਅ ਦਿੰਦੇ ਆ, ਉਹਦੇ ਵਿੱਚ ਕਾਫੀ ਜ਼ਿਆਦਾ ਮੈਸੇਜ ਔਰ ਮੇਰੇ ਸੁਝਾਅ ਨਾਲ ਬਹੁਤ ਲੋਕ ਇਸ ਨਾਲ ਐਗਰੀ ਹੋਏ ਕਿ ਠੀਕ ਆ ਕਿ ਇਹਨਾਂ ਨੂੰ ਜਿਹੜੀ ਇੱਕ ਵਾਰ ਸਾਨੂੰ ਆਪ ਖੁਦ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿ ਬਾਰ-ਬਾਰ ਇੱਦਾਂ ਸਾਡੇ ਸਮਾਜ ਬਾਰੇ ਕਿਉਂ ਬੋਲਿਆ ਜਾਂਦਾ ਬਾਹਰ। ਇਸ ਕਰਕੇ ਇਸ ਵਾਰੀ ਜੋ ਆ ਸਾਡੀ ਸੋਚ ਹੈ ਕਿ ਇਸ ਵਾਰੀ ਕੁਛ ਅਸੀਂ ਵੱਖਰਾ ਕਰਾਂਗੇ।
ਤੁਸੀਂ ਇਸ ਵੇਲੇ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਕਾਫੀ ਹਾਵੀ ਹੋਇਆ ਪਿਆ ਪੰਜਾਬ ਤੇ, ਸਿੱਧੂ ਮੂਸੇਵਾਲਾ ਕਹਿ ਲਈਏ, ਆ ਪਿੱਛੇ ਕੱਲ੍ਹ ਹੀ ਜਿਹੜਾ ਹਰਿਆਣਾ ਦੇ ਕਿਹਾ ਜਾ ਰਿਹਾ ਗੈਂਗਸਟਰਾਂ ਵੱਲੋਂ ਜਿਹੜਾ ਸੰਦੀਪ ਬਿਸ਼ਨੋਈ ਨੂੰ ਅਦਾਲਤ ਦੇ ਬਾਹਰ ਮਾਰ ਦਿੱਤਾ ਗਿਆ, ਉਹ ਗਰੁੱਪ ਨੇ, ਬੰਬੀਹਾ ਗਰੁੱਪ ਨੇ ਉਹਦੀ ਜ਼ਿੰਮੇਵਾਰੀ ਵੀ ਲਈ। ਤੁਸੀਂ ਵੀ ਇਹ ਸਾਰੀ ਦਲਦਲ ਚੋਂ ਨਿਕਲ ਕੇ ਬਾਹਰ ਆਏ, ਮੁੱਖ ਧਾਰਾ 'ਚ ਆਏ ਹੋ, ਤੁਹਾਨੂੰ ਜਿਹੜਾ ਕਿਸ ਤਰ੍ਹਾਂ ਦਾ ਸਾਰਾ ਸਿਨੈਰੀਓ ਦੇਖਦੇ ਹੋ ਸਾਰਾ ਦਾ ਸਾਰਾ? ਵੇਖੋ, ਮੈਂ ਤਾਂ ਆਪਣੀ ਲਾਈਫ ਦੇ ਵਿੱਚ ਬਿਲਕੁਲ ਪੂਰੇ ਸਕੂਨ ਤੇ ਆਨੰਦ ਨਾਲ ਰਹਿ ਰਹੇ ਹਾਂ, ਪਰ ਕੁਝ ਲੋਕ ਨੇ ਜਿਹੜੇ ਇਹ ਚੀਜ਼ ਤੋਂ ਨਾ ਖੁਸ਼ ਨੇ। ਉਹਦੇ 'ਚ ਕੁਝ ਸਿਆਸੀ ਲੋਕ ਹੀ ਕਹਿ ਸਕਦੇ ਆ, ਔਰ ਸਿਆਸੀ ਲੋਕ ਕੀ ਹੁੰਦੇ ਕਿ ਤੁਹਾਨੂੰ ਪਤਾ, ਸਿਆਸੀ ਲੋਕਾਂ ਦਾ, ਸਿਆਸਤ ਦਾ ਮਤਲਬ ਇਹ ਕਿ ਆਪਣੇ ਹੱਥੀਂ ਕੁਝ ਨਹੀਂ ਕਰਨਾ। ਸਿਆਸਤ ਦਾ ਮਤਲਬ ਹੀ ਇਹੀ ਹੈ ਕਿ ਆਪ ਸੇਫ ਹੋ ਕੇ ਬੈਠਣਾ, ਦੂਜਿਆਂ ਨੂੰ ਉਂਗਲ ਲਾ ਕੇ ਕਰਵਾਉਣਾ, ਮਤਲਬ ਬਿਆਨਬਾਜ਼ੀ ਕਰੀ ਜਾਣੀ ਤੇ ਭੜਕਾ ਕਿਸੇ ਨੂੰ ਕਹਿਣਾ, ਕਿਸੇ ਦੇ ਹੱਥੋਂ ਕਰਵਾਉਣਾ, ਤੂੰ ਆਹ ਕਰ, ਤੂੰ ਆਹ ਬਿਆਨ ਕਰ, ਸ਼ਾਸਨ ਮਤਲਬ ਪ੍ਰਸ਼ਾਸਨ ਨੂੰ ਵੀ ਮਿਸਗਾਈਡ ਕਰਨਾ, ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਉਹਨਾਂ ਕੋਲੋਂ ਜਿਹੜਾ ਕੋਈ, ਜਿਵੇਂ ਹੁਣ ਤੁਸੀਂ ਕਿ ਥੋੜ੍ਹੇ ਦਿਨ ਪਹਿਲਾਂ NIA ਦੀ ਰੇਡ ਹੋਈ, ਉਹਦੇ 'ਚ ਬੜੇ ਲੋਕਾਂ ਕੋਲ ਮੈਨੂੰ ਸੁਣਨ ਲਈ ਮਿਲਿਆ ਕਿ ਉਹਦੇ 'ਚ ਪਹਿਲਾਂ ਮੇਰਾ ਨਾਮ ਨਹੀਂ ਸੀਗਾ, ਮੌਕੇ 'ਤੇ ਅਚਾਨਕ ਮੇਰੇ ਘਰ ਰੇਡ ਹੋ ਗਈ। ਵੇਖੋ, ਐਡੀ ਵੱਡੀ ਏਜੰਸੀ ਹੈ। ਤੁਹਾਨੂੰ ਕੀ ਲੱਗਦਾ ਕਿ ਕਿੰਨੇ ਮਤਲਬ ਰਿਕਮੈਂਡ ਕੀਤਾ? ਕੋਈ ਵੀ ਹੋ ਸਕਦਾ ਇਹਦੇ ਵਿੱਚ। ਵੇਖੋ, ਕੋਈ ਆਮ ਬੰਦਾ ਤਾਂ ਮਤਲਬ ਐਡੀ ਵੱਡੀ ਏਜੰਸੀ ਨੂੰ ਰਿਕਮੈਂਡ ਕਰ ਨਹੀਂ ਸਕਦਾ। ਇਹਦੇ ਵਿੱਚ ਜ਼ਾਹਿਰ ਕੋਈ ਸਿਆਸੀ ਵੱਡਾ ਚਿਹਰਾ ਹੀ ਹੋਊਗਾ ਕਿ ਜਿਹਦੇ ਕਹਿਣ 'ਤੇ ਐਡੀ ਵੱਡੀ ਏਜੰਸੀ ਆਈ, ਨਹੀਂ ਤਾਂ ਮਤਲਬ ਆਮ ਬੰਦੇ ਦੇ ਕਹਿਣ 'ਤੇ ਚੌਂਕੀ ਵਾਲਾ ਨਹੀਂ ਤੁਰਦਾ ਛੇਤੀ। ਉਹ ਵੀ ਕਈ ਸਵਾਲ ਪੁੱਛਣ ਤੋਂ ਬਾਅਦ ਤੁਹਾਡੇ ਨਾਲ ਚੱਲਦਾ ਕਿ ਯਾਰ ਕਿਉਂ ਆਇਆ, ਕਿਵੇਂ ਆਇਆ, ਤੇਰੀ ਮਜਬੂਰੀ ਕੀ ਹੈ, ਫਿਰ ਚੱਲਦੇ ਹਨ। ਇਸ ਕਰਕੇ ਇਹਦੇ ਲਈ ਕਿਸੇ ਕੋਈ ਵੱਡੀ ਸਿਆਸੀ ਤਾਕਤ ਜਿਹੜੀ ਹੈ ਇਹਦੇ ਪਿੱਛੇ ਕੰਮ ਕਰ ਰਹੀ ਆ। ਔਰ ਮੈਂ ਚਾਹੁੰਦਾ ਵੀ ਜਿਹੜੀਆਂ ਇੱਦਾਂ ਦੀਆਂ ਸਿਆਸੀ ਲੋਕ ਜਿਹੜੇ ਇੱਦਾਂ ਦੀ ਗੰਦੀ ਰਾਜਨੀਤੀ ਕਰਦੇ ਆ, ਅਤੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ, ਚਾਹੇ ਪਖਾੜਕੂ ਲਹਿਰ ਦੀ ਗੱਲ ਕਰੀਏ, ਚਾਹੇ ਉਹ 47 ਦੀ ਗੱਲ ਕਰੀਏ, ਚਾਹੇ ਉਹਨਾਂ ਗੈਂਗਵਾਰ ਦੀ ਗੱਲ ਕਰੀਏ, ਅਤੇ ਪੰਜਾਬ ਪਹਿਲਾਂ ਹੀ ਇੱਕ ਬਹੁਤ ਮਾੜੇ ਦੌਰ 'ਚੋਂ ਗੁਜ਼ਰ ਰਿਹਾ ਵਾ। ਅਤੇ ਇਸ ਕਰਕੇ ਸਿਆਸੀ ਲੀਡਰਾਂ ਨੂੰ ਚਾਹੀਦਾ ਕਿ ਇੱਦਾਂ ਦੀਆਂ ਜਿਹੜੀਆਂ ਕੁਝੀਆਂ ਚਾਲਾਂ ਉਹ ਨਾ ਚੱਲਣ। ਤੁਸੀਂ ਸਮਝਦੇ ਹੋ ਕਿ ਅੱਜ ਕੱਲ੍ਹ ਭਾਰਤ ਵਿੱਚ ਬਾਕੀ ਸਿਆਸੀ ਖੱਬੇ ਪੱਖੀ ਵਾਲੀ ਖਾਸ ਕਰਕੇ ਪਾਰਟੀਆਂ ਵੱਲੋਂ ਗੱਲ ਚੱਲ ਰਹੀ ਹੈ ਵੀ ED ਜਾਂ NIA ਜਾਂ ਕੋਈ ਇਹੋ ਜਿਹੀ ਹੋਰ ਏਜੰਸੀਆਂ ਵੱਲੋਂ ਜਿਹੜਾ ਉਹਨਾਂ ਨੂੰ ਭੇਜਿਆ ਜਾਂਦਾ ਅਤੇ ਉਸ ਤੋਂ ਬਾਅਦ ਉਹ ਵੱਡੀ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਜਾਂਦਾ। ਤੁਹਾਨੂੰ ਵੀ ਕੋਈ ਅਜਿਹੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਆਫਰ ਜਾਂ ਕੋਈ ਕਿਸੇ ਵੱਲੋਂ ਆਫਰ ਆਈ ਹੈ? ਹੋਰ ਵੇਖੋ, ਜਦੋਂ ਦਾ ਮੈਂ ਸਮਾਜ ਨਾਲ ਜੁੜਿਆ ਪਿਆ, ਸਮਾਜ ਦੇ ਕੰਮ ਕਰ ਰਿਹਾ, ਔਰ ਸਮਾਜ ਦੇ ਕੰਮ ਕਰਦਿਆਂ ਚਲੋ ਬੜੀ ਸਮਾਜ ਨੇ ਮੇਰਾ ਆਦਰ ਸਨਮਾਨ ਬਹੁਤ ਕੀਤਾ, ਔਰ ਵੱਡੀ ਗਿਣਤੀ ਦੇ ਵਿੱਚ ਸਮਾਜ ਜਿਹੜਾ ਵਾ ਪਿੰਡਾਂ ਪੀੜੀਆਂ 'ਚ ਵੀ ਲਾ ਲਓ, ਜਿੱਥੇ ਵੀ ਅਸੀਂ ਜਾ ਕੇ ਕੰਮ ਕਰਦੇ ਹਾਂ ਆਪਣੇ ਜ਼ਿਲ੍ਹੇ 'ਚ, ਜ਼ਿਲ੍ਹੇ ਤੋਂ ਬਾਹਰ, ਅਤੇ ਬਹੁਤ ਗਿਣਤੀ 'ਚ ਲੋਕ ਜਿਹੜੇ ਆ ਸਮਾਜ ਦੇ ਸਾਡੇ ਨਾਲ ਜੁੜੇ ਨੇ। ਔਰ ਇਹ ਇਸ ਕਰਕੇ ਜਿਹੜਾ ਵਾ ਕਿ ਰਾਜਨੀਤਿਕ ਪਾਰਟੀਆਂ ਸਮੇਂ-ਸਮੇਂ 'ਤੇ ਅਪਰੋਚ ਕਰਦੀਆਂ ਰਹਿੰਦੀਆਂ, ਚਾਹੇ ਉਹ ਕੋਈ ਵੀ ਪਾਰਟੀ ਆਪਾਂ ਲਾਈਏ, ਕਿ ਮਤਲਬ ਸਾਡੇ ਨਾਲ ਜਿਹੜਾ ਵਾ ਮਤਲਬ ਸਾਥ ਦਿਓ, ਔਰ ਸਾਡੇ ਨਾਲ ਜਿਹੜਾ ਤੁਹਾਡੇ ਸੰਗਠਨ ਹੈ, ਜਿਹੜਾ ਤੁਹਾਡਾ ਸਮਾਜ ਹੈ, ਸਾਡੇ ਨਾਲ ਤੋਰੋ। ਸਮੇਂ-ਸਮੇਂ 'ਤੇ ਜਿਹੜੀਆਂ ਇਹ ਆਫਰਾਂ ਆਉਂਦੀਆਂ ਰਹਿੰਦੀਆਂ, ਪਰ ਅਸੀਂ ਕੋਈ ਵੀ ਆਫਰ ਜਿਹੜੀ ਹੈ ਐਕਸੈਪਟ ਨਹੀਂ ਕੀਤੀ, ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ। ਇਹ ਸਾਡੇ ਸਮਾਜ ਦੀ ਮਤਲਬ ਉਸ ਪਾਰਟੀ ਵੱਲੋਂ ਆਈ ਹੈ? ਕਿਹੜੀ ਪਾਰਟੀ? ਜਿਹੜੀ ਵੱਡੀ ਪਾਰਟੀ ਦੀ ਮੈਂ ਗੱਲ ਕਰ ਰਿਹਾ, ਉਸ ਪਾਰਟੀ ਬਿਲਕੁਲ ਸਾਰਿਆਂ ਵੱਲੋਂ ਹੀ ਆਉਂਦੀ ਹੈ, ਵੱਡੀ ਹੋਵੇ, ਚਾਹੇ ਕੋਈ ਓਪੋਜੀਸ਼ਨ 'ਚ ਆ, ਚਾਹੇ ਉਹ ਰੂਲਿੰਗ ਪਾਰਟੀ ਆ, ਸਾਰੀਆਂ ਪਾਰਟੀਆਂ ਦੀਆਂ ਅਪਰੋਚ ਕਰਦੀਆਂ ਹੀ ਆ ਕਿ ਮਤਲਬ ਸਾਡੇ ਵੱਲੋਂ ਜਿਹੜਾ ਵਾ ਤੁਸੀਂ ਸਾਡੀ ਪਾਰਟੀ ਦੇ ਤੌਰ 'ਤੇ ਕੰਮ ਕਰੋ। ਪਰ ਜਿਹੜੀ ਸਾਡੇ ਮਨ ਦੀ ਇੱਛਾ ਉਹ ਸਮਾਜਿਕ, ਅਸੀਂ ਆਪਣੇ ਸਮਾਜਿਕ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਾਂ। ਰਾਜਨੀਤਿਕ ਪਾਰਟੀ ਦਾ 'ਚ ਕੰਮ ਕਰਨ ਦਾ ਹਾਲੇ ਤੱਕ ਸਾਡਾ ਕੋਈ ਮਤਲਬ ਇਰਾਦਾ ਨਹੀਂ ਗਾ। ਤੁਹਾਡੇ ਮਾਤਾ ਜੀ ਨੇ ਇਲੈਕਸ਼ਨ ਲੜੀ ਹੈ, ਜਿਸ ਤਰ੍ਹਾਂ ਮੈਂ ਫਿਰ ਉਸੇ ਤੋਂ ਇਸ ਫੈਸਲੇ 'ਤੇ ਕਰਤਾ, ਬਟ ਕੱਲ੍ਹ ਨੂੰ ਜੇ ਮੌਕਾ ਮਿਲੇ ਜਾਂ ਤੁਹਾਡੇ ਸਮਾਜ ਦੇ ਲੋਕ ਚਾਹੁਣ ਤਾਂ ਤੁਸੀਂ ਕਿਸੇ ਪਾਰਟੀ ਨੂੰ ਜਾਂ ਕਿਸੇ ਅਹੁਦੇ ਲਈ ਮਤਲਬ ਅੱਗੇ ਆ ਸਕਦੇ ਹੋ ਰਾਜਨੀਤਿਕ ਪੋਸਟ? ਹਾਂ, ਬਿਲਕੁਲ। ਜੇ ਕਿਸੇ ਪਾਰਟੀ ਦੀਆਂ ਮਤਲਬ ਨੀਤੀਆਂ ਜਿਹੜੀਆਂ ਸਾਡੇ ਸਮਾਜ ਲਈ ਬਹੁਤ ਅੱਛੀਆਂ ਹੋਣਗੀਆਂ, ਵਧੀਆ ਹੋਣਗੀਆਂ, ਅਤੇ ਮੈਂ ਬਿਲਕੁਲ ਉਹਦਾ ਸਾਥ ਦਊਂਗਾ। ਇੱਦਾਂ ਦੀ ਕੋਈ ਗੱਲ ਨਹੀਂ। ਔਰ ਮੇਰਾ ਸਮਾਜ, ਮੈਨੂੰ ਲੱਗੂਗਾ ਕਿ ਇੱਥੇ ਮੇਰੇ ਸਮਾਜ ਨੂੰ ਕੋਈ ਫਾਇਦਾ ਹੋ ਰਿਹਾ ਵਾ, ਇਸ ਪਾਰਟੀ ਨਾਲ ਮੇਰੇ ਚੱਲਣ 'ਚ ਮੇਰੇ ਸਮਾਜ ਨੂੰ ਫਾਇਦਾ ਹੋ ਰਿਹਾ, ਅਤੇ ਮੈਂ ਉਸ ਪਾਰਟੀ ਦਾ ਜ਼ਰੂਰ ਸਾਥ ਦਊਂਗਾ। NIA ਦੀ ਰੇਟ ਦੀ ਗੱਲ ਕਰੀਏ, ਜਿੱਥੋਂ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਲਾਂ ਤਾਂ ਇਸ ਮੁੱਖ ਧਾਰਾ 'ਚ ਆਏ ਹੋਏ, ਲੇਕਿਨ ਇੰਨੇ ਸਾਲ ਆਉਣ ਤੋਂ ਬਾਅਦ ਫਿਰ ਜੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਉਦੋਂ ਕਿਹੋ ਜਿਹਾ ਫੀਲ ਹੁੰਦਾ? ਕਿਉਂਕਿ ਬੰਦਾ ਜਿਹੜਾ ਉਸ ਜਿਹੜੀ ਇਹ ਚੀਜ਼ ਨੂੰ ਛੱਡ ਕੇ ਆਇਆ, ਲੇਕਿਨ ਉਹੀ ਚੀਜ਼ ਕਰਕੇ ਉਹਨੂੰ ਫਿਰ ਬਦਨਾਮ ਕੀਤਾ ਜਾ ਰਿਹਾ ਜਾਂ ਉਸ ਚੀਜ਼ ਕਰਕੇ ਉਹਨੂੰ ਸ਼ੱਕ ਕੀਤਾ ਜਾ ਰਿਹਾ ਬਾਰ-ਬਾਰ, ਉਦੋਂ ਕਿਸ ਤਰ੍ਹਾਂ ਦੀ ਭਾਵਨਾ ਜਿਹੜੀ ਹੈ ਮਨ 'ਚ ਆਉਂਦੀ? ਕਾਰਨ ਕੀ ਹੈ ਉਹਦਾ, ਪਿੱਛੇ ਕੀ ਸਮਝਦੇ ਹੋ? ਦੇਖੋ, ਕਾਰਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਕਾਰਨ ਉਹਦਾ ਇਹੀ ਹੈ ਕਿ ਕੋਈ ਸਿਆਸੀ ਲੀਡਰ, ਪਰ ਜਿਹੜੀ ਮਨ ਦੀ ਗੱਲ ਹੈ, ਮਨ ਤਾਂ ਵੇਖੋ ਜਦੋਂ ਅਸੀਂ ਨਹੀਂ ਕੁਛ ਕਰ ਰਹੇ ਨਜਾਇਜ਼ ਜਦੋਂ ਦੀ, ਫਿਰ ਮਨ ਤਾਂ ਦੁਖੀ ਹੁੰਦਾ ਹੀ ਆ, ਔਰ ਮਨ 'ਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਫਿਰ। ਅਤੇ ਚਲੋ ਫਿਰ ਵੀ ਇੱਕ ਅਸੀਂ ਮਨ 'ਚ ਪੱਕੀ ਗੰਢ ਬੰਨੀ ਹੋਈ ਹੈ ਕਿ ਨਹੀਂ, ਉਸ ਦਲਦਲ 'ਚ ਵਾਪਸ ਨਹੀਂ ਜਾਣਾ। ਔਰ ਅਸੀਂ ਗੁਰੂ ਮਹਾਰਾਜ ਗੜੀ ਅਰਦਾਸ ਵੀ ਕਰਦੇ ਹਾਂ ਕਿ ਜਿਹੜੀ ਗੰਢ ਹੈ ਇਹ ਪੱਕੀ ਰਹੇ, ਅਤੇ ਅਸੀਂ ਇੱਦਾਂ ਅਡੋਲ ਹੀ ਰਹੀਏ, ਡੋਲੀਏ ਨਾ। ਗੈਂਗਸਟਰਵਾਦ ਦੇ ਵਿੱਚ ਕੁਝ ਮਤਲਬ
ਬੰਦਿਆਂ ਦੇ ਵਿੱਚ ਫਿਰ ਦੁਬਾਰਾ ਜਿਹੜਾ ਤੁਹਾਡਾ ਨਾਮ ਜਿਹੜਾ ਘੁੰਮ ਰਿਹਾ ਫਿਰ ਕਿਤੇ ਨਾ ਕਿਤੇ ਕਿਸੇ ਨਾ ਪਾਸਿਓਂ, ਉਹਨੂੰ ਕਿਸ ਤਰ੍ਹਾਂ ਵੇਖਦੇ ਹੋ? ਤੇ ਅੱਗੇ ਜਿਹੜੇ ਗੈਂਗਸਟਰ ਨੇ, ਕਿਉਂਕਿ ਮੁੱਖ ਧਾਰਾ 'ਚੋਂ ਜਿਹੜੇ ਨੇ ਨਾ ਭਟਕੇ ਹੋਏ ਨੌਜਵਾਨ ਨੇ, ਕਿਉਂਕਿ ਤੁਸੀਂ ਵੀ ਉਸ ਪਾਸਿਓਂ ਹੀ ਆਏ ਹੋ, ਤੁਹਾਨੂੰ ਪਤਾ ਹੈ ਉਸ ਫੀਲ ਨੂੰ, ਸਾਰੇ ਨੂੰ ਸਮਝ ਸਕਦੇ ਹੋ ਤੁਸੀਂ। ਇੱਕ ਤੇ ਤੁਹਾਡਾ ਜਿਹੜਾ ਨਾਮ ਆਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤਾਂ ਇਹਨਾਂ ਮੁੰਡਿਆਂ ਨੂੰ ਜਾਣਦਾ ਵੀ ਨਹੀਂ, ਔਰ ਪ੍ਰਸ਼ਾਸਨ ਨੂੰ ਹੀ ਪਤਾ ਕਿ ਮੈਨੂੰ ਜਿਹੜੇ ਨਵੇਂ ਮੁੰਡੇ ਆ, ਮੇਰਾ ਕਿਸੇ ਨਾਲ ਲਿੰਕ ਹੈ, ਨਾ ਮੈਂ ਇਹਨਾਂ ਨੂੰ ਜਾਣਦਾ। ਹਾਂ, ਉਹ ਸਾਰੇ ਮੈਨੂੰ ਨਾਮ ਤੋਂ ਜਾਣਦੇ ਨੇ। ਉਹ ਨਾਮ ਤੋਂ ਜਾਣਨ ਕਰਕੇ ਜੇ ਕੋਈ ਨਾਮ ਮੇਰਾ ਲੈਂਦਾ ਵਾ ਜਾਂ ਕੋਈ ਗੱਲ ਕਰਦਾ ਵਾ, ਤੇ ਉਹਦੇ 'ਚ ਪ੍ਰਸ਼ਾਸਨ ਦੀ ਡਿਊਟੀ, ਪ੍ਰਸ਼ਾਸਨ ਨੇ ਆਪੇ ਕਲੀਅਰ ਕਰ ਲੈਣਾ, ਔਰ ਲਗਭਗ ਕਲੀਅਰ ਹੋ ਵੀ ਗਿਆ, ਕਿਉਂਕਿ 9 ਘੰਟੇ ਜਿਹੜੀ ਹੈ ਨਾ ਇਹਦੀ ਸਰਚ ਚੱਲੀ ਆ, ਔਰ ਉਹਦੇ 'ਚ ਕੋਈ ਵੀ ਸਾਡੇ ਪਰਿਵਾਰ 'ਚੋਂ ਜਾਂ ਸਾਡੇ ਘਰ 'ਚੋਂ ਕੋਈ ਇਤਰਾਜ਼ਯੋਗ ਚੀਜ਼ ਜਿਹੜੀ ਆ ਨਹੀਂ ਮਿਲੀ। ਜੇ ਕੋਈ ਸਾਡਾ ਕਿਸੇ ਕ੍ਰਿਮੀਨਲ ਦੁਨੀਆ ਨਾਲ ਕੋਈ ਲਿੰਕ ਹੁੰਦਾ ਤੇ ਸਾਡੇ ਘਰ 'ਚੋਂ ਜ਼ਰੂਰ ਕੋਈ ਇਤਰਾਜ਼ਯੋਗ ਚੀਜ਼ ਜਿਹੜੀ ਮਿਲਦੀ। ਤੁਸੀਂ ਸਮਝਦੇ ਹੋ ਕਿ ਜਿਹੜੇ ਕੁਝ ਭਟਕੇ ਨੌਜਵਾਨ ਨੇ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾ ਰਿਹਾ ਅੱਜ ਕੱਲ੍ਹ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਮੁੱਖ ਧਾਰਾ 'ਚ ਲੈ ਕੇ ਆਉਣ ਦੀ ਲੋੜ ਹੈ, ਕਾਉਂਸਲਿੰਗ ਦੀ ਲੋੜ ਹੈ? ਕੋਈ ਮਜਬੂਰੀ ਤਹਿਤ ਗਿਆ, ਕੋਈ ਭਟਕਾ ਦੇ ਕਾਰਨ ਗਿਆ, ਕੋਈ ਮਤਲਬ ਐਸਾ ਵਰਗਲਾ ਕੇ ਕੋਈ ਲੈ ਗਿਆ, ਲੇਕਿਨ ਉਹਨਾਂ ਨੂੰ ਮੁੱਖ ਧਾਰਾ 'ਚ ਲੈ ਕੇ ਆਉਣ ਦੀ ਲੋੜ ਹੈ। ਜੇ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲਈ ਆਪਾਂ, ਤੇ ਉਹ ਕਿਤੇ ਨਾ ਕਿਤੇ ਚੰਗੇ ਖਾਨਦਾਨ 'ਚੋਂ ਸੰਬੰਧ ਰੱਖਦਾ ਸੀ, ਕਿਉਂ ਇਸ ਦਲਦਲ 'ਚ ਆਇਆ, ਕੌਣ ਉਹਨੂੰ ਲੈ ਕੇ ਆਇਆ? ਇਸੇ ਤਰ੍ਹਾਂ ਹੀ ਹੋਰਨਾਂ ਦੀ ਵੀ ਸਟੋਰੀ ਹੋਊਗੀ, ਕਿਸ ਤਰ੍ਹਾਂ ਸਮਝਦੇ ਹੋ? ਹਾਂਜੀ, ਬਹੁਤ ਗੈਂਗਸਟਰ ਨੇ ਜਿਹੜੇ ਮਤਲਬ ਕੁਛ ਹਾਲਾਤਾਂ ਤੋਂ, ਜਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਪਹਿਲਾਂ ਜਿਵੇਂ ਕਿ ਸਮੇਂ-ਸਮੇਂ 'ਤੇ ਰਾਜਨੀਤਿਕ ਤਾਕਤਾਂ ਉਹਨਾਂ ਨੂੰ ਵਰਤਦੀਆਂ ਨੇ, ਅਤੇ ਜਦੋਂ ਥੋੜ੍ਹਾ ਇਹਨਾਂ ਨੂੰ ਲੱਗਦਾ ਕਿ ਥੋੜ੍ਹਾ ਮਤਲਬ ਸਾਡੇ ਲਈ ਕੋਈ ਪਰੇਸ਼ਾਨੀ ਜਾਂ ਦਿੱਕਤ ਦੇਣਗੇ, ਅਤੇ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਵੀ ਭੇਜਿਆ ਜਾਂਦਾ। ਔਰ ਬਿਲਕੁਲ ਜਿਹੜੀ ਕਾਉਂਸਲਿੰਗ ਵਾਲੀ ਗੱਲ ਹੈ, ਕਾਉਂਸਲਿੰਗ ਉਹਨਾਂ ਦੀ ਹੋਣੀ ਚਾਹੀਦੀ ਹੈ, ਔਰ ਹਰ ਕੋਈ ਬੰਦਾ ਸੁਧਰਨ ਲਈ ਤਿਆਰ ਹੈ। ਕਿਤੇ ਨਾ ਕਿਤੇ ਉਹਦੇ ਮਨ 'ਚ ਡਰ ਹੁੰਦਾ ਵਾ ਕਿ ਯਾਰ ਮੈਂ ਘਰ ਜਾ ਕੇ ਬੈਠਾ ਅਤੇ ਪੁਲਿਸ ਨੇ ਮੈਨੂੰ ਬਹਿਣ ਨਹੀਂ ਦੇਣਾ। ਜੋ ਕਿ ਲੀਡਰਾਂ ਨੇ ਜਾਂ ਉਹਨਾਂ ਦੇ ਆਲੇ ਦੁਆਲੇ ਵਾਲੇ ਮਤਲਬ ਲੀਡਰਾਂ ਦੇ ਏਜੰਟ, ਮਤਲਬ ਉਹਨਾਂ ਨੇ ਦਬਾਅ ਬਣਾਇਆ ਹੁੰਦਾ, ਉਹਨਾਂ ਦੇ ਮਨ 'ਚ ਇੱਕ ਪੱਕੀ ਗੰਢ ਬੰਨ ਦਿੱਤੀ ਜਾਂਦੀ ਹੈ ਕਿ ਜਦੋਂ ਤੁਸੀਂ ਜ਼ਮਾਨਤ 'ਤੇ ਵੀ ਘਰ ਜਾਂਦੇ, ਪਹਿਲੀ ਗੱਲ ਤਾਂ ਜਦੋਂ ਤੁਸੀਂ ਤੁਹਾਡੀ ਜ਼ਮਾਨਤ ਹੁੰਦੀ ਤੁਹਾਨੂੰ ਡਿਊੜੀਆਂ ਚੁੱਕ ਲੈਣਾ, ਮਤਲਬ ਪੁਲਿਸ ਨੇ ਤੁਹਾਨੂੰ ਡਿਊੜੀਆਂ ਚੱਕ ਕੇ ਪਰਚਾ ਪਾ ਦੇਣਾ, ਮਤਲਬ ਜੇਲ੍ਹ ਦੇ ਵਿੱਚੋਂ ਹੀ ਰਿਹਾ ਹੋਣ ਨਹੀਂ ਦੇਣਾ। ਜੇ ਤੁਸੀਂ ਰਿਹਾ ਹੋਗੇ, ਘਰ ਚਲੇ ਵੀ ਜਾਂਦੇ, ਤੁਹਾਡੇ 'ਤੇ ਨਜਾਇਜ਼ ਪਰਚੇ ਪਾ ਕੇ ਪੁਲਿਸ ਨੇ ਫਿਰ ਅੰਦਰ ਭੇਜ ਦੇਣਾ, ਤੁਹਾਨੂੰ ਘਰਾਂ 'ਚ ਨਹੀਂ ਬੈਠਣ ਦੇਣਾ। ਔਰ ਇਹਨਾਂ ਗੱਲਾਂ ਕਰਕੇ ਘਰ ਵਾਪਸੀ ਜਿਹੜੀ ਉਹਨਾਂ ਦੀ ਮੁਸ਼ਕਿਲ ਹੁੰਦੀ। ਜਦੋਂ ਪ੍ਰਸ਼ਾਸਨ ਦੀ ਸਹਿਮਤੀ ਨਾਲ, ਜਿਵੇਂ ਕਿ ਜਿਹੜੇ ਮੁੰਡੇ ਹਥਿਆਰ ਛੱਡ ਚੁੱਕੇ ਨੇ, ਉਹਨਾਂ ਨੂੰ ਪ੍ਰਸ਼ਾਸਨ ਦੀ ਸਹਿਮਤੀ ਨਾਲ ਜੇਲ੍ਹਾਂ ਦੇ ਵਿੱਚ ਕੋਈ ਕੈਂਪ ਦਾ ਮਤਲਬ ਜਿਹੜਾ ਵਾ ਆਰੰਭ ਕੀਤਾ ਜਾਵੇ, ਲਗਾਇਆ ਜਾਵੇ, ਔਰ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ। ਕਿਉਂਕਿ ਅਸੀਂ ਜਦੋਂ ਜੇਲ੍ਹ 'ਚ ਜਾਵਾਂਗੇ, ਤੁਹਾਡੇ ਵਰਗੇ ਜਿਸ ਤਰ੍ਹਾਂ ਮੁੱਖ ਧਾਰਾ 'ਚ ਆਏ ਨੇ ਉੱਥੋਂ ਛੱਡ ਕੇ ਤੁਹਾਡੇ ਵਰਗੇ ਬੰਦਿਆਂ ਨੂੰ ਲੈ ਕੇ ਜਾਂਦਾ ਜਾਵੇ ਉੱਥੇ, ਉਹ ਦੱਸਣ ਵੀ ਉੱਥੇ ਕੀ ਸੀ ਤੇ ਹੁਣ ਕੀ ਹੈ, ਕੀ ਫ਼ਰਕ ਹੈ? ਦੇਖੋ, ਜਦੋਂ ਮੈਂ ਤਾਂ ਬੜੀ ਵਾਰੀ ਕਹਿੰਦਾ ਕਿ ਵੇਖੋ, ਜਦੋਂ ਮੇਰੇ ਵਰਗੇ ਬੰਦੇ ਨੂੰ ਜੇਲ੍ਹ 'ਚ ਲੈ ਕੇ ਮਤਲਬ ਜਾਂਦੇ, ਮੈਂ ਉੱਥੇ ਸਪੀਚ ਕਰਦਾ ਜਾਂ ਬੋਲਦਾ, ਉੱਥੇ ਲੋਕਾਂ ਨੂੰ ਸਮਝਾਉਂਦਾ, ਅਤੇ ਮੈਨੂੰ ਬਹੁਤ ਮਾਣ ਹੈ ਕਿ ਮੇਰੀ ਗੱਲ ਹਰ ਕੋਈ ਸੁਣੂਗਾ, ਔਰ ਉਹਦੇ ਨਾਲ ਉਸ ਚੀਜ਼ ਦਾ ਫ਼ਰਕ ਵੀ ਪਊਗਾ। ਅਤੇ ਇਹੀ ਇੱਕ ਹੱਲ ਆ ਕਿ ਮਤਲਬ ਕਿ ਇਹਨਾਂ ਨੂੰ ਵਾਪਸ ਲਿਆਉਂਦਾ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵਾਪਸ ਲਿਆਂਦਾ ਜਾਏ। ਔਰ ਸਰਕਾਰਾਂ ਨੂੰ ਮੈਂ ਇਹੀ ਰਿਕੁਐਸਟ ਕਰਦਾ ਕਿ ਕਿਤੇ ਨਾ ਕਿਤੇ ਇਹਨਾਂ ਨਾਲ ਜਿਹੜੇ ਮੁੰਡੇ ਵਾਪਸ ਆਉਣਾ ਚਾਹੁੰਦੇ ਆ, ਜਿਨ੍ਹਾਂ ਦੇ 2-2 3-3 ਸਾਲ ਤੋਂ ਕੋਈ ਪਰਚਾ ਨਹੀਂ ਹੋ ਰਿਹਾ ਜਾਂ ਕੋਈ ਨਹੀਂ ਕਿਸੇ ਐਕਟੀਵਿਟੀ 'ਚ ਨਹੀਂ ਆ ਰਹੇ, ਅਤੇ ਉਹਨਾਂ ਨੂੰ ਕੋਈ ਰਿਲੀਫ ਦਿੱਤੀ ਜਾਵੇ। ਜਿਵੇਂ ਕਿ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਵੱਖਰੇ ਸੈੱਲਾਂ 'ਚ ਬੰਦ ਕੀਤਾ ਜਾਂਦਾ ਵਾ, ਘੱਟ ਸਮਾਂ ਉਹਨਾਂ ਨੂੰ ਮਤਲਬ ਖੋਲ੍ਹਿਆ ਜਾਂਦਾ ਵਾ, ਔਰ ਉਹ ਜਿਹੜੇ ਜਿਹਦੀ ਕੋਈ ਨਹੀਂ ਹੈ ਕਿਤੇ ਉਹ ਨਹੀਂ ਐਕਟੀਵਿਟੀ, ਤਾਂ ਉਹਨੂੰ ਥੋੜ੍ਹੀ ਰਿਲੀਫ ਦੇਣ ਤਾਂ ਕਿ ਦੂਜੇ ਦਾ ਵੀ ਮਨ ਬਦਲੇ। ਜਦੋਂ ਅਸੀਂ ਕੋਈ ਉਹਨੂੰ ਨਹੀਂ ਰਿਲੀਫ ਦਿੰਦੇ, ਫਿਰ ਹੁੰਦਾ ਕਿ ਯਾਰ ਇਹ ਵੀ 4 ਸਾਲ ਤੋਂ ਬੈਠਾ ਹੈ, ਮਤਲਬ ਬੈਠਾ ਤਾਂ ਵੀ ਮੇਰੇ ਨਾਲ ਹੀ ਆ, ਅਤੇ ਇਸ ਕਰਕੇ ਮਨ 'ਚ ਜਿਹੜਾ ਵਾ ਘਿਰਨਾ ਪੈਦਾ ਹੁੰਦੀ। ਉਹ ਜਿਹੜੇ ਮੁੰਡੇ ਕੋਈ ਸੁਧਰ ਚੁੱਕੇ ਆ, ਉਹਨਾਂ ਨੂੰ ਸਰਕਾਰ ਨੂੰ ਉਹਨਾਂ ਪ੍ਰਤੀ ਜਿਹੜਾ ਰਵੱਈਆ ਆਪਣਾ ਨਰਮ ਕਰਨਾ ਚਾਹੀਦਾ। ਇਹਦੇ ਨਾਲ ਇੱਕ ਮੁੱਦਾ ਸਵਾਲ ਹੋਰ ਵੀ ਜੁੜਿਆ ਬੰਦੀ ਸਿੰਘਾਂ ਦਾ। ਇਸ ਵੇਲੇ ਕਾਫੀ ਪਾਰਟੀਆਂ ਵੀ, ਸਿੱਖ ਜਥੇਬੰਦੀਆਂ ਵੀ, ਹੋਰ ਵੀ ਜਿਹੜਾ ਬੰਦੀ ਸਿੰਘਾਂ ਦੀ ਗੱਲ ਕਰ ਰਹੀ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੇ ਨਾਲ ਹੀ ਰਲਦੀ ਮਿਲਦੀ ਗੱਲ ਇਹ ਵੀ, ਅਤੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਹਨੂੰ? ਆਪਣਾ ਤੁਹਾਡਾ ਕੀ ਨਜ਼ਰੀਆ? ਵੇਖੋ, ਕਾਨੂੰਨ ਦੇ ਤਹਿਤ ਜਿਹਦੀ ਸਜ਼ਾ ਪੂਰੀ ਹੋ ਚੁੱਕੀ ਆ, ਚਾਹੇ ਉਹ ਸਿੱਖ ਆ, ਚਾਹੇ ਕੋਈ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਹਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਆ, ਅਤੇ ਸਰਕਾਰ ਨੂੰ ਚਾਹੀਦਾ ਵਾ ਕਿ ਮਤਲਬ ਉਹਨੂੰ ਜਿਹੜਾ ਰਿਹਾ ਕੀਤਾ ਜਾਵੇ। ਇਹਦੇ 'ਚ ਇਹ ਗੱਲ ਕੋਈ ਵੀ ਹੋਵੇ, ਕਿਸੇ ਵੀ ਧਰਮ ਨਾਲ, ਜਾਤ ਨਾਲ ਸੰਬੰਧ ਰੱਖਦਾ ਹੋਵੇ, ਉਹਨਾਂ ਨੂੰ ਜਿਹੜਾ ਵਾ ਕਿ ਜਿਹੜੀ ਸਜ਼ਾ ਕੱਟ ਚੁੱਕੇ ਆ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਇਸ ਗੱਲ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਰਿਹਾਈ ਜਿਹੜੀ ਹੋਣੀ ਚਾਹੀਦੀ ਹੈ। ਹੁਣ ਨੈਕਸਟ ਸਟੈਪ ਕੀ ਹੋਏਗਾ ਭੁਪਿੰਦਰ ਸਿੰਘ ਸੋਨੂ ਦਾ? ਅੱਗੇ ਕਿਸ ਤਰ੍ਹਾਂ ਕੰਟੀਨਿਊ ਕਰਨਗੇ? ਅਸੀਂ ਵੇਖੋ, ਕੰਟੀਨਿਊ ਹੁਣ ਲਗਾਤਾਰ ਸਾਡੀਆਂ ਮੀਟਿੰਗਾਂ ਚੱਲ ਰਹੀਆਂ। ਤੁਹਾਡੇ ਤੋਂ ਪਹਿਲਾਂ ਵੀ ਅਸੀਂ ਮਤਲਬ ਉਹਦੇ ਜਿਹੜੇ ਦਿੱਤੇ ਆ, ਮਤਲਬ ਆਪਣੇ ਸਮਾਜ ਦੇ ਲੋਕਾਂ ਨੂੰ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ 'ਚ, ਪਿੰਡਾਂ 'ਚ, ਸ਼ਹਿਰਾਂ 'ਚ ਹੀ ਜਿਹੜੇ ਮੁਹੱਲਿਆਂ 'ਚ ਆਪਣਾ ਜਿਹੜਾ ਸੰਗਠਨ ਹੈ ਉਹਨੂੰ ਮਜ਼ਬੂਤ ਕਰ ਰਹੇ ਹਾਂ। ਔਰ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ ਅਸੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਇਸ ਵਾਰੀ ਗਰਵਾਲੀ ਗੇਟ ਤੋਂ ਸ਼ੁਰੂ ਕਰਕੇ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਆ ਮਤਲਬ ਵਿਸ਼ਾਲ ਸ਼ੋਭਾ ਯਾਤਰਾ ਜਿਹੜਾ ਭਗਵਾਨ ਵਾਲਮੀਕ ਜੀ ਦੀ ਆ ਉਹ ਕਰ ਰਹੇ ਹਾਂ। ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਨੌਜਵਾਨਾਂ ਦੀ ਇਹੀ ਸੰਦੇਸ਼ ਹੈ ਕਿ ਜਿਹੜੀ ਇਹ ਗੈਂਗਵਾਰ ਆ, ਵੇਖੋ ਅਸੀਂ ਵੀ ਇਸ ਗੈਂਗਵਾਰ ਦੇ ਸ਼ਿਕਾਰ ਹੋ ਕੇ 14-15 ਸਾਲ ਜਿਹੜਾ ਪਰਿਵਾਰ ਨੂੰ ਛੱਡਿਆ, ਅੱਜ ਫਿਰ 15 ਸਾਲ ਬਾਅਦ ਘਰ ਬੈਠੇ ਆ। ਔਰ ਜਿਹੜੇ ਮੁੰਡੇ ਅੱਜ ਐਕਟਿਵ ਆ, ਇਹਨਾਂ ਵੀ 5 ਸਾਲ 10 ਸਾਲ ਬਾਅਦ ਬਹਿਣਾ ਇਹਨਾਂ ਨੇ ਵੀ ਘਰ ਆ। ਅਤੇ ਜੇ ਆਪਾਂ 10 ਸਾਲ ਬਾਅਦ ਜੋ ਕਰਨਾ ਉਹ ਕਿਉਂ ਨਾ ਆਪਾਂ ਅੱਜ ਹੀ ਉੱਥੇ ਗੰਢ ਬੰਨ੍ਹ ਕੇ ਉਸ ਗੱਲ ਨੂੰ ਮਨ ਪੱਕਾ ਬਣਾ ਲਈ ਕਿ ਅਸੀਂ ਗੈਂਗਵਾਰ ਵਾਲੇ ਪਾਸੇ ਜਾਣਾ ਹੀ ਨਹੀਂ ਗਾ। ਅਤੇ ਐਵੇਂ ਪਰਿਵਾਰ ਨੂੰ ਇੰਨਾ ਪਰੇਸ਼ਾਨ ਕਰਕੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜਿਹੜਾ ਵਾ ਉਹ ਜੇਲ੍ਹਾਂ 'ਚ ਕੱਟ ਕੇ ਜਾਂ ਭਗੌੜੇ ਰਹਿ ਕੇ ਉਹਨੂੰ ਆਪਣੀ ਜ਼ਿੰਦਗੀ ਦੇ 10-15 ਸਾਲ ਜਿਹੜੇ ਖਰਾਬ ਕਰਕੇ ਫਿਰ ਆਪਾਂ ਘਰ ਬੈਠਣਾ ਵਾ। ਅਤੇ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਅੱਜ ਹੀ ਮਨ ਬਣਾਉਣ, ਇਹ ਗੈਂਗਵਾਰ ਇਹ ਜਿਹੜੇ ਮਤਲਬ ਫੇਮ ਆ ਇਹਨਾਂ 'ਚ ਕੁਛ ਨਹੀਂ ਰੱਖਿਆ, ਆਪਣੇ ਪਰਿਵਾਰ ਦੀ ਸੇਵਾ ਕਰਨ, ਸਮਾਜ 'ਚ ਵਧੀਆ ਕੰਮ ਕਰਨ ਔਰ ਜਿਹੜਾ ਵਾ ਸਾਡੇ ਆਪਣੇ ਦੇਸ਼ ਨੂੰ, ਆਪਣੇ ਸਮਾਜ ਨੂੰ ਜਿਹੜਾ ਵਾ ਤਰੱਕੀ ਦੀ ਰਾਹ 'ਤੇ ਲੈ ਕੇ ਜਾਣ। ਸੋ ਇਹ ਸਨ ਜੀ ਭੁਪਿੰਦਰ ਸਿੰਘ ਸੋਨੂ, ਜੋ ਕਿ ਗੈਂਗਸਟਰਵਾਦ ਦੇ ਦਲਦਲ ਚੋਂ ਨਿਕਲ ਕੇ ਮੁੱਖ ਧਾਰਾ 'ਚ ਸ਼ਾਮਲ ਹੋਇਆ, ਸਮਾਜ ਸੇਵਾ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੋ ਧਾਰਮਿਕ ਭਾਵਨਾ ਆਹਤ ਕਰਨ ਵਾਲੀ ਜਿਹੜੀ ਗੱਲ ਕਹੀ ਗਈ ਹੈ ਕਿਸੇ ਵੱਲੋਂ, ਇਸ ਵਾਰ ਉਹਨਾਂ ਨੇ ਨਵੀਂ ਗੱਲ ਕਹੀ ਹੈ ਕਿ ਵੀ ਕੋਈ FIR ਜਿਹੜੀ ਹੈ ਉਹ ਦਰਜ ਕਰਵਾਉਣ ਦੀ ਉਹਨਾਂ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਵੀ ਕੋਈ ਜਿਹੜੀ FIR ਦਰਜ ਕਰਵਾਉਣ ਦੀ ਅਪੀਲ ਜਾਂ ਮੰਗ ਨਾ ਕੀਤੀ ਜਾਵੇ ਅਤੇ ਆਪਣੇ ਢੰਗ ਨਾਲ ਜਿਹੜਾ ਹੈ ਉਸ ਨੂੰ ਸੋਧਾ ਲਾਇਆ ਜਾਵੇ। ਦੂਸਰੀ ਗੱਲ ਉਹਨਾਂ ਨੇ ਗੈਂਗਸਟਰਵਾਦ ਤੇ ਵੱਡੀ ਕਹੀ ਹੈ ਕਿ ਉਹ ਭਟਕੇ ਨੌਜਵਾਨ ਜੋ ਕਿ ਅੱਜ ਤੋਂ 15 ਸਾਲ ਬਾਅਦ ਪੁਲਿਸ ਦੀ ਜੇਲ੍ਹ ਕੱਟਣ ਤੋਂ ਬਾਅਦ ਜਿਹੜਾ ਹੈ ਉਹ ਘਰਾਂ ਵਿੱਚ ਆਉਣਗੇ, ਉਹਨਾਂ ਨੂੰ ਚਾਹੀਦਾ ਹੈ ਕਿ ਅੱਜ ਹੀ ਅਜਿਹੇ ਕੰਮ ਜਿਹੜਾ ਹੈ ਉਹ ਛੱਡ ਕੇ ਔਰ ਜਿਹੜਾ ਹੈ ਉਹ ਆਪਣੇ ਘਰ ਵਿੱਚ ਆਉਣ, ਆਪਣੇ ਸਕੂਨ ਦੇ ਨਾਲ ਰਹਿਣ। ਨਾਲ ਹੀ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਜਿਹੇ ਨੌਜਵਾਨ ਜਿਹੜੇ ਭਟਕ ਗਏ ਹਨ ਆਪਣੇ ਰਾਹਾਂ ਤੋਂ, ਉਹਨਾਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਹੈ ਦੁਬਾਰਾ ਰਾਹ 'ਤੇ ਆਉਣ ਦੀ ਜਿਹੜੀ ਹੈ ਉਹ ਰਾਹ ਪੱਧਰਾ ਕੀਤਾ ਜਾਵੇ। ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਹੈ ਕਿ ਜਿਹੜੇ ਸਜ਼ਾ ਕੱਟ ਚੁੱਕੇ ਹਨ ਉਹਨਾਂ ਦੀ ਜਿਹੜੀ ਹੈ ਸਜ਼ਾ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਰਿਹਾ ਜ਼ਰੂਰ ਕਰਨਾ ਚਾਹੀਦਾ ਹੈ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਪੰਜਾਬ ਕੇ TV ਲਈ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।